ਦਾ ਜਾਚਕ ਹਾਂ। ਹੁਣ ਆਪ ਜੀ ਨੂੰ ਗਿਆਨੀ ਬਲਰਾਮ ਸਿੰਘ ਜੀ ਸਿਰਸੇ ਵਾਲੇ ਸਿਮਰਨ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਭੀ ਸਚ। ਇਨ ਬੇਦੀਅਨ ਕੀ ਕੁਲ ਬਿਖੈ ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੇ ਜਹ ਪੈ ਭਇਓ ਸਹਾਇ। ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ। ਆਪ ਮੁਕਤ ਮੁਕਤ ਕਰੈ
संसार, नानक तिस जन को सदा नमस्कार। सदा नमस्कार, नमस्कार, नमस्कार। आनंद गुणी निदान, गुरु गरीब निवाज, गरीब निवाज, गरीब निवाज। ऐसे गुर को बल बल जाइए, 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 ऐसे गुर को बल बल जाइए। आप मुक्त मोहतारे, आप मुकत मोहतारे, आप मुक्त मोहतारे। ऐसे गुर को बल बल जाइए, ऐसे गुर को बल बल जाइए। नारायण नरपत नमस्कार, नारायण नारायण नरपत नमस्कार। नारायण नरपत नमस्कार, नारायण नरपत नमस्कार। ऐसे गुर को बल बल जाइए, ऐसे गुर को बल बल जाइए। आप मुक्त मोहतारे, आप मुक्त मोहतारे। ऐसे गुर को बल बल जाइए, ऐसे गुर को बल बल जाइए। कवण 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 गुण कहिए, कवण 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 गुण कहिए। अंत नहीं कछ पार अंत नहीं कुछ पार। लाख 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 कई को लाख 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 कई को को है ऐसो विचार। ऐसे गुर को बल बल जाइए, ऐसे गुर को बल बल जाइए, ऐसे गुर को बल बल जाइए।
बिसम 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 ही पई है बिसम 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 ही पई बिसम 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 ही पई है बिसम 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 ही पई है बिसम 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 ही पई है लाल गुलाल रंगार है लाल गुलाल रंगार है कहो नानक संतन रस आई है कहो नानक कहो नानक संतन रस आई है संतन रस आई है को नानक संतन रस आई है जो चाक गूंगा मुस्कार है ऐसे गुर को बल बल जाइए ऐसे गुर को बल बल जाइए आप मुकत मोहितार आप मुकत मोहितार ऐसे गुरु को बल बल जाइए ऐसे गुरु को ऐसे गुरु को ऐसे गुरु को बल बल जाइए वाहिगुरु बाबा आखे हाजियाँ बाबा आखे हाजियाँ बाबा आखे हाजियाँ बाबा आखे हाजियाँ शुभ अमला शुभ अमला बाजो दोनों रोई बाबा आके हाजियाँ बाबा आके हाजियाँ बाबा आके हाजियाँ बाबा आके हाजियाँ अमला बाजो दोनों रोई शुभ अमला बाजो दोनों रोई शुभ अमला बाजो दोनों रोई बाबा आके हाजियाँ बाबा आके हाजियाँ बाबा आके हाजियाँ बाबा आके हाजियाँ
लख ना सकै कुदरत कोई। ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ। ਲੱਖ ਨਾ ਸਕੈ ਕੁਦਰਤ ਕੋਈ। ਬਾਬਾ ਆਖੇ ਹਾਜੀਆਂ ਬਾਬਾ ਆਖੇ ਹਾਜੀਆਂ ਬਾਬਾ ਆਖੇ ਹਾਜੀਆਂ ਬਾਬਾ ਆਖੇ ਹਾਜੀਆਂ। ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। शुभ अमला बाजो दोनों रोई। शुभ अमला बाजों दोनों रोई। बाबा आखे हाजियाँ बाबा आखे हाजियाँ बाबा आखे हाजियाँ बाबा आखे हाजियाँ। ਪੁੱਛਣ ਭੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ। हिंदू वड्डा के मुसलमान होई। ਕੱਚਾ ਰੰਗ ਕੁਸੰਭ ਕਾ ਪਾਣੀ ਧੋਤੇ ਥਿਰ ਨਾ ਰਹਾਈ। पानी धोते थिर नार होई। ਕਰਨ ਵਕੀਲੀ ਆਪ ਵਿੱਚ ਰਾਮ ਰਹੀ ਇੱਕ ਥਾਂ ਖਲੋਈ। ਰਾਮ ਰਹੀ ਇੱਕ ਥਾਂ ਖਲੋਈ। ਰਾਹੇ ਸ਼ੈਤਾਨੀ ਦੁਨੀਆ ਗੋਈ। ਰਾਹੇ ਸ਼ੈਤਾਨੀ ਦੁਨੀਆ ਗੋਈ। ਬਾਬਾ ਆਖੇ ਹਾਜੀਆਂ ਬਾਬਾ ਆਖੇ ਹਾਜੀਆਂ ਬਾਬਾ ਆਖੇ ਹਾਜੀਆਂ ਬਾਬਾ ਆਖੇ ਹਾਜੀਆਂ। शुभ अमला बाजों दोनों रोई। शुभ अमला बाजो दोनों रोई। शुभ अमला बाजों दोनों रोई। बाबा आके हाजियाँ 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 बाबा आके हाजियाँ। वाहे गुरु वाहे गुरु। ਸੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਆਗਮਨ ਦਿਵਸ ਨੂੰ ਮਨਾਉਂਦਿਆਂ ਹੋਇਆਂ ਆਪ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਕਈ ਰੋਜ਼ਾ ਜੋ ਸੰਧਿਆ ਦੇ ਦੀਵਾਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਵੀ ਸੰਧਿਆ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਦੀਵਾਨਾਂ ਦੀ ਆਰੰਭਤਾ ਹੋਈ। ਸੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ
ਜਦੋਂ ਮੱਕੇ ਮਦੀਨੇ ਵਿੱਚ ਗਏ, ਉੱਥੇ ਸਤਿਗੁਰਾਂ ਨੇ ਜੋ ਕੌਤਕ ਰਚਾਏ ਆਪ ਸੰਗਤਾਂ ਸਰਵਣ ਕਰਦੇ ਰਹਿੰਦੇ ਹੋ। ਸਮਾਂ ਆਪਣੇ ਕੋਲੇ ਸੀਮਿਤ ਹੈ, ਉਨੇ ਕੁ ਸਮੇਂ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿਫਤ ਸਲਾਹ ਵਡਿਆਈ, ਉਸ ਦੀ ਆਪਾਂ ਗੁਣ ਗਾਇਨਤਾ ਕਰਨੀ ਹੈ, ਤੇ ਨਾਲ ਆਪਾਂ ਥੋੜ੍ਹਾ ਜਿਹਾ ਸਮਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਬਾਰੇ ਆਪਾਂ ਜਾਣਨ ਦਾ ਯਤਨ ਕਰਾਂਗੇ। ਤੇ ਉਸ ਤੋਂ ਉਪਰੰਤ ਸਮਾਪਤੀ ਤੋਂ ਕੁਝ ਸਮਾਂ ਪਹਿਲਾਂ ਆਪਾਂ ਗੁਰਮੰਤਰ ਸਿਮਰਨ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਸੋ ਆਓ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉੱਥੇ ਪਹੁੰਚੇ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇਖੋ, ਉਹਨਾਂ ਦਾ ਕੈਸਾ ਜਵਾਬ ਸੀ। ਐਸੀ ਰਹਿਮਤ ਦੇ ਸਾਗਰ, ਉਹਨਾਂ ਨੇ ਜਵਾਬ ਕੈਸਾ ਦਿੱਤਾ। ਬਾਬਾ ਆਖੇ ਹਾਜੀਆ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗਹ ਅੰਦਰ ਲੈਣ ਨਾ ਟੋਈ। ਐਸਾ ਉਹਨਾਂ ਦਾ ਜਵਾਬ ਸੀ ਕਿ ਅੱਜ ਦੇ ਸਮੇਂ ਜਿੰਨੇ ਵੀ, ਉਦੋਂ ਕਿਉਂਕਿ ਗੱਲ ਹੀ ਦੋਹਾਂ ਦੀ ਕੀਤੀ ਕਿ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤਾਂ ਇੱਥੇ ਦੋਹਾਂ ਦੀ ਗੱਲ ਕਰ ਦਿੱਤੀ। ਅੱਜ ਦੇ ਸਮੇਂ ਜੇ ਕਿਤੇ ਸਾਰਿਆਂ ਦੀ ਬਾਬਤ ਗੱਲ ਕਹਿਣੀ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਵਾਬ ਫਿਰ ਵੀ ਇਹੀ ਹੋਣਾ ਸੀ ਕਿ ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ। ਗੱਲ ਇੱਥੇ ਸ਼ੁਭ ਅਮਲਾਂ ਦੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਅਮਲੀ ਜਾਮਾ ਪਹਿਨਾਇਆ ਹੈ। ਅਮਲੀ ਜੀਵਨ ਜਿਉਣ ਦੀ ਬਾਬਤ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਜੋ ਅਥਾਹ ਸਮੁੰਦਰ, ਉਹਨਾਂ ਨੇ ਗਿਆਨ ਦਾ ਸਾਗਰ ਇੱਥੇ ਭੰਡਾਰ ਸਾਨੂੰ ਬਖਸ਼ ਦਿੱਤਾ। ਜੇ ਆਪਾਂ ਇੰਨੇ ਕੁ ਸਮੇਂ ਵਿੱਚ ਉਹਨਾਂ ਦੀ ਗੱਲ ਕਰਨ ਦੀ ਕੋਸ਼ਿਸ਼ ਜਾਂ ਯਤਨ ਕਰੀਏ ਤਾਂ ਇੱਦਾਂ ਹੋਵੇਗਾ ਜਿਵੇਂ ਕੋਈ ਗਲਾਸ ਭਰ ਭਰ ਕੇ ਸਮੁੰਦਰ ਦੇ ਪਾਣੀ ਨੂੰ ਕੋਈ ਨਾਪਣਾ ਚਾਹੇ ਤੇ ਉਹ ਨਾਪ ਨਹੀਂ ਸਕੇਗਾ, ਉਸ ਨੂੰ ਮਿਣ ਤੋਲ ਨਹੀਂ ਸਕੇਗਾ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਤਾਂ ਗੱਲਾਂ ਹੀ ਐਸੀਆਂ ਨੇ, ਜੋ ਕੇਲੇ ਕੇ ਪਾਤ, ਪਾਤ ਮੈਂ ਪਾਤ, ਪਾਤ ਮੈਂ ਪਾਤ, ਤੇ ਉਹ ਗੁਰੂ ਨਾਨਕ ਕੀ ਬਾਤ, ਬਾਤ ਮੈਂ ਬਾਤ, ਬਾਤ ਮੈਂ ਬਾਤ। ਉਹ ਗੱਲਾਂ ਮੁੱਕਣ ਵਾਲੀਆਂ ਨਹੀਂ। ਕਿਸੇ ਸ਼ਾਇਰ ਨੇ ਬਹੁਤ ਸੋਹਣਾ ਇਹ ਗੱਲ ਆਖੀ ਹੈ। ਉਹ ਕਹਿੰਦੇ ਨੇ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਜਿਹੜੇ ਆਕਾਸ਼ ਦੇ ਤਾਰੇ ਨੇ, ਮੇ ਵੀ ਦ ਸਟਾਰਸ ਇਨ ਦ ਸਕਾਈ ਕੈਨ ਬੀ ਕਾਊਂਟਡ, ਗਿਣੇ ਜਾ ਸਕਦੇ ਹੋਣ। ਜਿਹੜੇ ਤਾਰੇ ਹੈ, ਆਕਾਸ਼ ਦੇ ਤਾਰੇ ਗਿਣੇ ਜਾਤ ਹੈ, ਪਹਿਲੇ ਤਾਰੇ ਸਟਾਰਸ, ਤੇ ਨਾ ਤਾਰੇ ਗਿਣੇ ਜਾਤ ਹੈ। ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਰੇ ਨੇ, ਨੰਬਰ ਆਫ ਪੀਪਲ who cross the world ocean that cannot be count, ਉਹ ਗਿਣੇ ਨਹੀਂ ਜਾ ਸਕਦੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਤਾਰਿਆ, ਆਪਾਂ ਕਿਹਦੀ ਗਿਣਤੀ ਕਰ ਸਕਦੇ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਆਓ ਆਪਾਂ ਇਹ ਸ਼ਬਦ ਨਾਲ ਜੁੜੀਏ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਸਤਨਾਮ 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 ਸਤਨਾਮ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ।
ਚਰਨ ਤੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿਖਾ ਵਿਲਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾ, ਸਤਨਾਮ 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 ਸਤਨਾਮ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਕਲ ਜੁਗ ਅੰਦਰ ਇੱਕ ਦਿਖਾਇਆ, ਪਾਰ ਬ੍ਰਹਮ ਪੂਰਨ ਬ੍ਰਹਮ, ਕਲ ਜੁਗ ਅੰਦਰ ਇੱਕ ਦਿਖਾਇਆ, ਚਾਰ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾ, ਸਤਨਾਮ 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 ਸਤਨਾਮ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਰਮ ਕਾ, ਪੈਰਾ ਉੱਪਰ ਸੀਸ ਨਿਵਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾ, ਸਤਨਾਮ 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 ਸਤਨਾਮ, ਕਲ ਜੁਗ ਬਾਬੇ ਤਾਰਿਆ, ਸਤਨਾਮ
ਉਲਟਾ ਖੇਲ ਖਸਮ ਦਾ, ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸੀਸ ਨਿਵਾਇਆ, ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸੀਸ ਨਿਵਾਇਆ। ਕਲ ਜੁਗ ਬਾਬੇ ਤਾਰਿਆ, ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਸਤਨਾਮ ਜਪ ਮਨ ਸਤਨਾਮ ਸਦਾ, 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 ਸਤਨਾਮ ਜਪ ਮਨ ਸਤਨਾਮ ਸਾਰੇ ਕਿਰਪਾ ਕਰੋ ਜੀ। ਸਤਨਾਮ ਸਦਾ 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 ਸਤਨਾਮ। ਵਾਹਿਗੁਰੂ 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 ਸਾਰੇ ਕਿਰਪਾ ਕਰੋ। ਵਾਹਿਗੁਰੂ ਧੰਨ ਵਾਹਿਗੁਰੂ 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 ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾ ਸਤਨਾਮ 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 ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਸਤਨਾਮ ਪੜ ਮੰਤਰ ਸੁਣਾਇਆ ਸਤਨਾਮ ਪੜ ਮੰਤਰ ਸੁਣਾਇਆ ਵਾਹਿਗੁਰੂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਨੂੰ ਤਾਰਨਾ ਕੀਤਾ। ਕੋਈ ਇਹ ਆਪਾਂ ਜਦੋਂ ਸ਼ਬਦ ਵਰਤਦੇ ਨੇ ਸਿੱਖਾਂ ਦੇ ਗੁਰੂ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੀ ਮੈਂ ਸਮਝਦਾ ਕਿ ਇਸ ਗੱਲ ਵਿੱਚ ਤੌਹੀਨ ਹੈ, ਕਿਉਂਕਿ ਜਿਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਸ
ਤਪਦੇ ਹੋਏ ਸੜਦੇ ਵਲਦੇ ਸੰਸਾਰ ਨੂੰ ਬਚਾਉਣ ਵਾਸਤੇ ਇੱਥੇ ਆਏ। ਕਲ ਤਾਰਨ ਗੁਰੂ ਨਾਨਕ ਆਇਆ। ਤੇ ਉਸ ਸਮੇਂ ਸਿੱਖ ਤਾਂ ਹੈ ਹੀ ਨਹੀਂ ਸੀ। ਇਹ ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਮਾਤਲੋਕ ਤੇ ਆਏ, ਜਦੋਂ ਸਿੱਧਾਂ ਨੂੰ ਪੁੱਛਿਆ ਸੀ ਨਾ ਕਲਯੁਗ ਵਿੱਚ ਤੇ ਕੀ ਵਰਤਾਰਾ ਚੱਲ ਰਿਹਾ ਹੈ, ਤੇ ਉਹਨਾਂ ਨੇ ਕਿਹਾ ਸੀ ਹੈ ਕਰਦੀ ਫਿਰੇ ਲੁਕਾਈ। ਉਸ ਹੈ ਪ੍ਰਲਾਪ ਕਰਦੀ ਹੋਈ ਮਨੁੱਖਤਾ ਨੂੰ ਤਾਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਮਨ ਕਰਨਾ ਕੀਤਾ ਸੀ। ਸੋ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਐਸਾ ਇੱਕ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸਿਧਾਂਤ ਬਖਸ਼ਿਆ, ਇੱਕ ਐਸੀ ਮਰਿਆਦਾ ਬਖਸ਼ੀ, ਇੱਕ ਉਹ ਐਸਾ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਨਿਯਮ ਦਿੱਤਾ, ਸਾਡੀ ਝੋਲੀ ਪਾਇਆ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਹਰ ਇੱਕ ਗੱਲ ਨੂੰ ਪਿਆਰ ਤੇ ਵਿਚਾਰ ਦੇ ਨਾਲ ਕਰਨ ਦਾ ਇੱਕ ਸੰਕੇਤ ਦਿੱਤਾ। ਕਦੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸੇ ਨਾਲ ਤਕਰਾਰ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਹਮੇਸ਼ਾ ਵਾਸਤੇ ਜਦੋਂ ਭਾਵੇਂ ਕਿਹੋ ਜਿਹਾ ਵੀ ਮਾਹੌਲ ਬਣਦਾ, ਦੇਖੋ ਆਪਾਂ ਹੈਰਾਨ ਹੋਵਾਂਗੇ ਇਹਨਾਂ ਗੱਲਾਂ ਨੂੰ ਜਦੋਂ ਵਿਚਾਰਦੇ ਹਾਂ। ਉਹਨਾਂ ਸਮਿਆਂ ਵਿੱਚ ਜਿਹੜੇ ਗੜ੍ਹ ਸਨ ਦੂਸਰੇ ਧਰਮਾਂ ਦੇ, ਜਿੱਥੇ ਕੁਰੀਤੀਆਂ ਪੈ ਚੁੱਕੀਆਂ ਸੀ, ਉੱਥੇ ਸਮਝਾਉਣ ਵਾਸਤੇ ਉਹਨਾਂ ਦੇ ਕੇਂਦਰਾਂ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਚੱਲ ਕੇ ਗਏ, ਪਰ ਕਿਸੇ ਨਾਲ ਵੀ ਤਕਰਾਰਬਾਜ਼ੀ ਨਹੀਂ ਕੀਤੀ। ਆਪਣੀ ਵਿਚਾਰ ਸੀ ਜਿਹੜੀ ਉਹ ਸਭ ਦੇ ਸਾਹਮਣੇ ਰੱਖੀ। ਇੱਥੋਂ ਤੱਕ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ 8 ਤੇ 9 ਸਾਲ ਦੀ ਉਮਰ ਦੇ ਲਗਭਗ ਹੋਏ ਸਨ, ਜਨੇਊ ਪਾਉਣ ਵਾਸਤੇ ਪੰਡਿਤ ਹਰਦਿਆਲ ਦਾਸ ਜੀ ਆਏ, ਤੇ ਉਸ ਤੋਂ ਕਈ ਦਿਨ ਪਹਿਲੇ, ਨਹੀਂ ਕਿ ਇੱਕਦਮ ਉਹਨਾਂ ਦੇ ਜਨੇਊ ਪਾ ਦਿੱਤਾ, ਕਈ ਦਿਨ ਪਹਿਲੇ ਤਿਆਰੀਆਂ ਸ਼ੁਰੂ ਹੋ ਗਈਆਂ। ਗੁਰੂ ਨਾਨਕ ਪਾਤਸ਼ਾਹ ਜੀ ਨਹੀਂ ਬੋਲੇ। ਉਹਨਾਂ ਦਾ ਸੁਭਾਅ ਸੀ, ਉਹਨਾਂ ਨੇ ਆਪਣਾ ਜੋ ਸੰਦੇਸ਼ ਦਿੱਤਾ ਸੀ ਉਹਦਾ ਇੱਕ ਉਹ ਬਹੁਤ ਅਹਿਮ ਮੌਕੇ ਦੀ ਤਲਾਸ਼ ਵਿੱਚ ਹੁੰਦੇ ਸੀ ਕਿ ਕੋਈ ਐਸਾ ਮਾਹੌਲ ਬਣੇ ਜਦੋਂ ਮਨੁੱਖਤਾ ਇਕੱਤਰਿਤ ਹੋਵੇ, ਲੋਕਾਈ ਇਕੱਠੀ ਹੋਵੇ, ਉਹਨਾਂ ਨੂੰ ਗੱਲ ਸਮਝਾਉਣੀ ਸੌਖੀ ਹੋ ਜਾਵੇ, ਤੇ ਇਕੱਠੇ ਲੋਕਾਂ ਨੂੰ ਗੱਲ ਕਹਿਣ ਦੇ ਨਾਲ ਉਹ ਗੱਲ ਸਪਰੈਡ ਛੇਤੀ ਹੁੰਦੀ ਸੀ, ਵਾਇਰਲ ਹੋ ਜਾਂਦੀ ਸੀ, ਸਰਕੂਲੇਟ ਹੋ ਜਾਂਦੀ ਸੀ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਜਾਣਦੇ ਸੀ ਕਿ ਜਿਹੜਾ ਵੀ ਪਹਿਲਾਂ ਥਿੱਤੀ ਵਾਰ ਕੱਢ ਕੇ, ਕੋਈ ਦਿਨ ਮੁਹੂਰਤ ਕੱਢ ਕੇ ਉਹ ਜਨੇਊ ਦੀ ਰਸਮ ਅਦਾ ਕਰਨ ਵਾਸਤੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਕੋਈ ਛੋਟੀ ਅਵਸਥਾ ਨਹੀਂ ਸੀ ਉਹਨਾਂ ਦੀ ਵੀ, ਉਹ ਵੀ ਇਲਾਕੇ ਦੇ ਮੰਨੇ ਪ੍ਰਮੰਨੇ ਇਨਸਾਨ ਸਨ, ਪਿੰਡ ਦੇ ਉਹ ਪਟਵਾਰੀ ਵੀ ਸਨ, ਬਹੁਤ ਧਨਾੜ ਵੀ ਸਨ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਉਹਨਾਂ ਦੇ ਘਰ ਪਹਿਲੇ ਪੁੱਤਰ ਮਾਤਾ ਬੇਬੇ ਨਾਨਕ ਜੀ ਤੋਂ ਬਾਅਦ 5 ਸਾਲ ਬਾਅਦ ਘਰ 'ਚ ਪਹਿਲੇ ਪੁੱਤਰ ਹੋਏ ਸੀ। ਉਦੋਂ ਜਨੇਊ ਦੀ ਰਸਮ ਦੇਖੋ, ਉਦੋਂ ਕਰਨ ਵਾਸਤੇ ਕਿੰਨੇ ਲੋਕਾਂ ਨੂੰ ਸੱਦੇ ਪੱਤਰ ਭੇਜੇ ਹੋਣਗੇ, ਪਰ ਗੁਰੂ ਨਾਨਕ ਪਾਤਸ਼ਾਹ ਜੀ ਬਿਲਕੁਲ ਵੀ ਉਹਨਾਂ ਨੇ ਟਸ ਤੋਂ ਮਸ ਨਹੀਂ ਕੀਤੀ ਕਿ ਕਿਉਂ ਇਹ ਕੁਛ ਹੋ ਰਿਹਾ। ਉਹਨਾਂ ਨੇ ਹੋਣ ਦਿੱਤਾ, ਕਿਉਂਕਿ ਮੈਂ ਬੇਨਤੀ ਕਰ ਰਿਹਾ ਸੀ ਨਾ, ਤਕਰਾਰ ਨਹੀਂ ਸੀ ਕੀਤਾ, ਵਿਚਾਰ ਕੀਤੀ, ਤਕਰਾਰ ਨਹੀਂ ਕੀਤਾ। ਵਿਚਾਰ ਤੋਂ ਭਾਵ ਡਿਸਕਸ਼ਨ ਹੈ, ਤਕਰਾਰ ਤੋਂ ਭਾਵ ਡਿਸਪਿਊਟ ਹੈ। ਉਹ ਡਿਸਕਸ਼ਨ ਕਰਦੇ ਰਹੇ ਪਰ ਡਿਸਪਿਊਟ ਨਹੀਂ ਕਿਸੇ ਨਾਲ ਕੀਤਾ, ਕੋਈ ਝਗੜਾ ਨਹੀਂ ਕੀਤਾ। ਉਹਨਾਂ ਨੇ ਆਪਣੇ ਵਿਚਾਰ ਸੀ ਲੋਕਾਂ ਦੇ ਸਾਹਮਣੇ ਰੱਖੇ, ਤੇ ਜਿਨ੍ਹਾਂ ਨੂੰ ਉਹ ਚੰਗੀ ਲੱਗੇ ਉਹਨਾਂ ਨੇ ਅਡਾਪਟ ਕੀਤਾ ਗੁਰੂ ਨਾਨਕ ਦੀ ਸੋਚ ਨੂੰ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਉਸ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਸੀ ਕਿ ਕਦੋਂ ਵੀ ਸਮਾਂ ਬਣੇ, ਲੋਕ ਇਕੱਤਰਿਤ ਹੋਣ, ਉਹਨਾਂ ਨੂੰ ਇਕੱਠੇ ਹੋਇਆਂ ਨੂੰ ਗੱਲ ਸੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਜੋ ਸਤਨਾਮ ਪੜ੍ਹ ਮੰਤਰ ਸੁਣਾਇਆ ਦਾ ਉਹ ਉਪਦੇਸ਼ ਬਖਸ਼ਿਸ਼ ਕਰ ਸਕਣ। ਸੋ ਉਦੋਂ ਵੀ ਇਸੇ ਤਰ੍ਹਾਂ ਹੀ ਹੋਇਆ, ਸਭ ਕੁਛ ਹੁੰਦਾ ਰਿਹਾ। ਗੁਰੂ ਪਾਤਸ਼ਾਹ ਜੀ ਨਹੀਂ ਬੋਲੇ, ਪਰ ਜਦੋਂ ਜਨੇਊ ਪਾਉਣ ਵਾਸਤੇ ਪੰਡਿਤ ਹਰਦਿਆਲ ਦਾਸ ਜੀ ਅੱਗੇ ਆਏ, ਫਿਰ ਵੀ ਨਹੀਂ ਕਿਹਾ ਕਿ ਮੈਂ ਨਹੀਂ ਪਾਉਣਾ ਜਨੇਊ, ਪਰ ਉਹਨਾਂ ਨੇ ਜਿਹੜੇ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਗੱਲ ਸਮਝਾਈ। ਇੱਕ ਤੋਂ ਗੱਲ ਸ਼ੁਰੂ ਕੀਤੀ ਹੈ ਨਾ ਗੁਰੂ ਨਾਨਕ ਨੇ, ਇੱਕ ਓੰਕਾਰ, ਇੱਕ ਹੋਣ ਦੀ ਗੱਲ ਕਰੀ ਹੈ, ਇੱਕ ਲੜ ਲੱਗ ਕੇ, ਇੱਕ ਹੋ ਕੇ, ਇੱਕ ਦੇ ਵਿੱਚ ਅਭੇਦ ਹੋਣ ਦਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਮੇਰੀ ਭੈਣ ਮੇਰੇ ਤੋਂ 5 ਸਾਲ ਵੱਡੀ ਹੈ, ਬੇਬੇ ਨਾਨਕੀ ਜੀ, ਉਹਨੂੰ ਤੁਸੀਂ ਜਨੇਊ ਕਿਉਂ ਨਹੀਂ ਪਾ ਰਹੇ? ਜਨੇਊ ਜੇ ਤੁਸੀਂ ਪਾਉਣ ਨਾਲ ਕਹਿੰਦੇ ਹੋ ਕਿ ਬੰਦਾ ਧਰਮ ਦੇ ਵਿੱਚ ਦਾਖਲ ਹੋ ਜਾਂਦਾ ਹੈ, ਤੇ ਮੇਰੀ ਭੈਣ ਵੀ ਧਰਮ ਵਿੱਚ ਦਾਖਲ ਹੋਣਾ ਚਾਹੁੰਦੀ ਹੈ। ਜਿਹੜੀ ਮਾਂ ਨੇ ਮੈਨੂੰ ਜਨਮਿਆ, ਮੇਰੀ ਮਾਤਾ ਤ੍ਰਿਪਤਾ ਜੀ ਦੀ ਗੱਲ, ਕਿ ਉਹ ਵੀ ਇਸ ਧਰਮ ਵਿੱਚ ਦਾਖਲ ਹੋਣਾ ਚਾਹੁੰਦੇ, ਉਹਨਾਂ ਨੂੰ ਕਿਉਂ ਨਹੀਂ ਦਾਖਲ ਕੀਤਾ ਜਾ ਰਿਹਾ? ਕਹਿੰਦੇ ਨਹੀਂ, ਉਹ ਜਨੇਊ ਪਾਉਣ ਦੇ ਹੱਕਦਾਰ ਨਹੀਂ, ਉਹਨਾਂ ਨੂੰ ਨੀਵਾਂ ਦੱਸਿਆ ਗਿਆ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਫਿਰ ਤੁਸੀਂ ਮੇਰੇ ਜਨੇਊ ਜਿਹੜਾ ਪਾਉਣ ਲੱਗੇ ਹੋ, ਇਹਦੇ ਨਾਲ ਮੈਨੂੰ ਕੀ ਪ੍ਰਾਪਤੀ ਹੋਣੀ ਹੈ, ਤੇ ਦੂਸਰਿਆਂ ਨੂੰ ਕਿਉਂ ਨਹੀਂ ਪਾਇਆ ਜਾ ਰਿਹਾ? ਉਹਨਾਂ ਨੂੰ ਸਵਾਲ ਕਰ ਰਹੇ, ਵਿਚਾਰ ਕਰ ਰਹੇ ਨੇ,
ਉਹਨਾਂ ਦੇ ਨਾਲ ਤਕਰਾਰ ਨਹੀਂ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ। ਤੇ ਜਦੋਂ ਉਹਨਾਂ ਨੇ, ਮੈਂ ਸੰਖੇਪ ਦੇ ਵਿੱਚ 2 ਮਿੰਟ ਵਿੱਚ ਮੈਂ ਬੇਨਤੀ ਕਰਕੇ ਅੱਗੇ ਆਪ ਸੰਗਤਾਂ ਦੇ ਚਰਨਾਂ ਵਿੱਚ ਇੱਕ ਮੈਂ ਵਿਸ਼ੇਸ਼ ਬੇਨਤੀ ਕਰਨੀ ਹੈ, ਇਸ ਕਰਕੇ ਮੈਂ ਥੋੜ੍ਹੀ ਜਿਹੀ ਵਿਚਾਰ ਸ਼ੁਰੂ ਕੀਤੀ ਹੈ। ਮੈਨੂੰ ਪ੍ਰਬੰਧਕਾਂ ਵੱਲੋਂ ਇਹ ਹੁਕਮ ਹੋਇਆ ਸੀ ਕਿ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ, ਇਸ ਕਰਕੇ ਮੈਂ ਥੋੜ੍ਹੀ ਜਿਹੀ ਪਿੱਛੋਂ ਵਿਚਾਰ ਆਰੰਭ ਕੀਤੀ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਤੁਸੀਂ ਇਹ ਜਿਹੜਾ ਮੇਰੇ ਜਨੇਊ ਪਾਉਣ ਲੱਗੇ ਹੋ ਕਿ ਸਭ ਦੇ ਪੈ ਜਾਂਦਾ ਕਿ ਸਾਰੀ ਮਨੁੱਖਤਾ ਤੁਹਾਡੇ ਧਰਮ ਨੂੰ ਅਪਣਾਉਣਾ ਚਾਹੁੰਦੀ ਹੈ, ਇਹ ਚੰਗਾ ਕਰਮ ਹੈ, ਧਰਮ ਨੂੰ ਅਪਣਾ ਲੈਣਾ, ਧਰਮ ਅਨੁਸਾਰ ਜੀਵਨ ਜਿਉਣਾ। ਕਹਿੰਦੇ ਨਹੀਂ, ਜਿਹੜਾ ਬ੍ਰਾਹਮਣ ਹੈ ਉਹ 7 ਤੋਂ 8 ਸਾਲ ਦੀ ਉਮਰ ਵਿੱਚ ਜਨੇਊ ਪਾ ਸਕਦਾ ਹੈ, ਜਿਹੜਾ ਖੱਤਰੀ ਹੈ ਉਹ 8 ਤੋਂ 9 ਸਾਲ ਦੀ ਉਮਰ ਵਿੱਚ, ਜਿਹੜਾ ਵੈਸ਼ ਹੈ 9 ਤੋਂ 13 ਸਾਲ ਦੀ ਉਮਰ ਵਿੱਚ, ਸ਼ੂਦਰ ਨੂੰ ਮਨਾਹੀ ਹੈ ਜਨੇਊ ਪਾਉਣ ਦੀ, ਉਹ ਹੱਕਦਾਰ ਨਹੀਂ ਹੈ। ਇੱਥੇ ਵੀ ਬਸ ਨਹੀਂ, ਕਹਿੰਦੇ ਜਿਹੜਾ ਬ੍ਰਾਹਮਣ ਹੈ ਉਹ ਬਸੰਤ ਰੁੱਤੇ ਜਨੇਊ ਪਾਉਂਦਾ ਹੈ, ਤੇ ਜਿਹੜਾ ਖੱਤਰੀ ਹੈ ਉਹ ਸਰਦ ਰੁੱਤੇ ਜਨੇਊ ਪਾਉਂਦਾ ਹੈ, ਜਿਹੜਾ ਵੈਸ਼ ਹੈ ਉਹ ਪੱਤਝੜ ਦੀ ਰੁੱਤੇ ਜਨੇਊ ਪਾਉਂਦਾ ਹੈ, ਸ਼ੂਦਰ ਨੂੰ ਜਨੇਊ ਪਾਉਣ ਦਾ ਕੋਈ ਹੱਕ ਨਹੀਂ। ਇੱਥੇ ਵੀ ਬਸ ਨਹੀਂ, ਕਹਿੰਦੇ ਜਿਹੜਾ ਬ੍ਰਾਹਮਣ ਹੈ ਉਹ ਸੂਤ ਦਾ ਜਨੇਊ ਪਾਉਂਦਾ ਹੈ, ਤੇ ਜਿਹੜਾ ਖੱਤਰੀ ਹੈ ਉਹ ਉੱਨ ਦਾ ਜਨੇਊ ਪਾਉਂਦਾ ਹੈ, ਤੇ ਜਿਹੜਾ ਵੈਸ਼ ਹੈ ਉਹ ਮੁੰਜ ਦਾ, ਬਾਣ ਦਾ ਵਟਿਆ ਹੋਇਆ ਜਨੇਊ ਪਾਉਂਦਾ ਹੈ, ਤੇ ਸ਼ੂਦਰ ਨੂੰ ਜਨੇਊ ਪਾਉਣ ਦਾ ਕੋਈ ਅਧਿਕਾਰ ਨਹੀਂ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਉਹਦੀ ਐਸੀ ਵਿਚਾਰ ਸੁਣੀ, ਉਹ ਜਨੇਊ ਪਾਉਣ ਵਾਸਤੇ ਤਿਆਰ ਹੋਇਆ, ਥਾਲ ਦੇ ਵਿੱਚ ਉਹਨੇ ਜਨੇਊ ਰੱਖਿਆ। ਹੁਣ ਕੈਸਾ ਦੇਖੋ, ਉਹਨੂੰ ਪਿਆਰ ਦੇ ਨਾਲ, ਇੰਨੀ ਛੋਟੀ ਉਮਰ 8 ਤੋਂ 9 ਸਾਲ ਦੀ ਉਮਰ ਹੈ, ਕਿਉਂਕਿ ਖੱਤਰੀ ਸਨ, ਬੇਦੀ ਖੱਤਰੀ, ਇਸ ਕਰਕੇ ਇਹਨਾਂ ਨੂੰ 8 ਤੋਂ 9 ਸਾਲ ਦੀ ਉਮਰ ਵਿੱਚ ਜਨੇਊ ਪਾਇਆ ਜਾ ਰਿਹਾ ਸੀ। ਮਹਾਰਾਜ ਨੇ ਕਿੰਨੇ ਪਿਆਰ ਦੇ ਨਾਲ ਗੱਲ ਕਹੀ, ਨਹੀਂ ਕਿਹਾ ਮੈਂ ਨਹੀਂ ਪਾਉਂਦਾ, ਕਹਿੰਦੇ ਮੈਂ ਪਾਉਣ ਲਈ ਤਿਆਰ ਹਾਂ। ਹਈ ਤਾਂ ਪਾਂਡੇ ਘੱਤ ਪਰ ਕਿਹੋ ਜਿਹਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਮੈਂ ਪਾਉਣ ਨੂੰ ਤਿਆਰ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਦਲੀਲ ਦਾ ਫਿਰ ਜਵਾਬ ਦੇਣ ਵਾਲਾ ਕੌਣ ਸੀ? ਤੁਸੀਂ ਤਾਂ ਕਹਿ ਦਿੱਤਾ ਸੀ ਨਾ, ਇਹ ਜਿਹੜੇ ਤੱਗ ਦੀ ਤੁਸੀਂ ਗੱਲ ਕਰਦੇ ਆ, ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ, ਥੁੱਕ ਪਵੈ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜਿਹਵਾ ਤੱਗ ਨਾ ਕੀ, ਵਿਤੱਗਾ ਆਪੇ ਵੱਤੈ। ਫਿਰ ਇਸ ਹਿਸਾਬ ਨਾਲ ਤਾਂ ਵਿਤੱਗਾ ਹੀ ਜਾਂਦਾ ਨਾ ਮਨੁੱਖ। ਵੱਟ ਧਾਗੇ ਅਵਰਾ ਘੱਤਾ, ਤੇ ਉੱਤਾ ਧਾਗਿਆਂ ਦੇ ਜਨੇਊ ਬਣਾ ਕੇ ਅਵਰਾ ਘੱਤਾ ਦੂਜਿਆਂ ਨੂੰ ਦੇ ਰਹੇ ਹੋ। ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਜਿਹੜੇ ਜਨੇਊ ਦੀ ਮੈਂ ਗੱਲ ਕਰਦਾ ਨਾ ਇਹੋ ਟੁੱਟੈ, ਨਾ ਮਲ ਲੱਗੈ, ਨਾ ਇਹੋ ਜਲੈ, ਨਾ ਜਾਏ। ਮੈਂ ਇਹ ਨਹੀਂ ਕਹਿੰਦਾ ਵੀ ਜਨੇਊ ਨਾ ਪਾਓ, ਮਹਾਰਾਜ ਤਾਂ ਕਹਿੰਦੇ ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ। ਉਹ ਤਾਂ ਧੰਨਤਾ ਦੇ ਯੋਗ ਨੇ ਜਿਹੜੇ ਇਹੋ ਜਿਹਾ ਜਨੇਊ ਪਾਉਂਦੇ ਨੇ। ਪਰ ਗੁਰੂ ਨਾਨਕ ਕਹਿੰਦੇ ਜਨੇਊ ਇਹ ਪਾ, ਇਹ ਨਹੀਂ ਕਿਹਾ ਕਿ ਮੈਂ ਨਹੀਂ ਪਾਉਂਦਾ, ਪਾਉਣਾ ਹੈ ਪਰ ਆਹ ਤਰੀਕੇ ਦਾ। ਫਿਰ ਜਵਾਬ ਕੀ ਸੀ? ਹੱਥ ਬੰਨ੍ਹ ਲਏ। ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹੀ ਵਡਿਆਈ ਸੀ। ਤੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ, ਭਾਵੇਂ ਜਗਨਨਾਥਪੁਰੀ ਵਿੱਚ ਗਏ, ਭਾਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਹਰਿਦੁਆਰ ਗਏ, ਭਾਵੇਂ ਸਿੱਧਾਂ ਦੇ ਕੋਲ ਗੋਸ਼ਟ ਕਰਨ ਸੁਮੇਰ ਪਰਬਤ 'ਤੇ ਗਏ, ਭਾਵੇਂ ਮੱਕੇ ਮਦੀਨੇ 'ਚ ਰੁਕਮਦੀਨ ਕਾਜੀ ਹੋਰਾਂ ਕੋਲ ਗਏ, ਹਰ ਇੱਕ ਨੇ ਆਖਰ ਗੁਰੂ ਨਾਨਕ ਪਾਤਸ਼ਾਹ ਦੀ ਦਲੀਲ ਅੱਗੇ ਸਿਰ ਝੁਕਾ ਕੇ ਆਖਰ ਕਹਿਣਾ ਪਿਆ, ਧੰਨ ਨਾਨਕ ਤੇਰੀ ਵੱਡੀ ਕਮਾਈ। ਐਸੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਾਂ ਅੱਜ ਯਾਦ ਕਰਦੇ ਹਾਂ, ਉਹਨਾਂ ਦੇ ਪੁਰਬ ਮਨਾ ਰਹੇ ਹਾਂ। ਸੋ ਉਸ ਗੁਰੂ ਨਾਨਕ ਨੇ ਜੋ ਸਿੱਖੀ ਦਾ ਬੂਟਾ ਬੀਜਿਆ, ਉਸ ਗੁਰਸਿੱਖੀ ਦੇ ਬੂਟੇ ਨੂੰ ਹੌਲੀ ਹੌਲੀ 8 ਗੁਰੂ ਸਾਹਿਬਾਨਾਂ ਨੇ ਪ੍ਰਫੁੱਲਤ ਕੀਤਾ। ਦਸਮੇਸ਼ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਉਹਨੂੰ ਫਿਰ ਸੰਪੂਰਨਤਾ ਦਿੱਤੀ। ਜਿਵੇਂ ਇਹ ਕਹਿ ਲਓ, ਜਾਂ ਜਦੋਂ ਬੀਜਿਆ ਹੋਇਆ ਬੀਜ ਆਖਰ ਉਹ ਪੁੰਗਰ ਕੇ ਫਿਰ ਉਹ ਹੌਲੀ ਹੌਲੀ ਗਰੋਥ ਆਪਣੀ ਕਰਦਾ ਕਰਦਾ ਜਦੋਂ ਉਹ ਪ੍ਰਫੁੱਲਤ ਹੋਇਆ, ਤੇ ਉਹਨੂੰ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੋਂ ਆਰੰਭ ਕੀਤਾ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹ ਨਿਰਮਲ ਪੰਥ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਬਣਾ ਦਿੱਤਾ। ਨਿਰਮਲ ਦਾ ਅਰਥ ਵੀ ਨਿਰਮਲਤਾ ਹੁੰਦੀ ਹੈ, ਪਿਓਰਿਟੀ, ਪਵਿੱਤਰਤਾ, ਤੇ ਖਾਲਸ ਦਾ ਮਤਲਬ ਵੀ ਪਿਓਰ ਹੁੰਦਾ, ਪਵਿੱਤਰ ਹੁੰਦਾ। ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਖਾਲਸਾ ਸਾਜਿਆ। ਕਿਤੇ ਮਤਾਂ ਇਹ ਭੁਲੇਖਾ ਰੱਖਿਆ ਕਰੀਏ ਆਪਾਂ ਕਿ ਅਸੀਂ ਗੁਰੂ ਨਾਨਕ ਦੇ ਸਿੱਖਾਂ, ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਬਹੁਤ ਵੇਖੇ ਨੇ, ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ, ਮਾਫੀ ਚਾਹੁੰਦਾ। ਸਿੱਖ ਚੈਨਲ ਦੇ ਰਾਹੀਂ ਤੁਸੀਂ ਹੋ ਸਕਦਾ ਘਰਾਂ ਵਿੱਚ ਬੈਠੇ ਮੇਰੀ ਬੇਨਤੀ ਸੁਣਦੇ ਹੋ। ਗੁਰੂ ਨਾਨਕ ਦੀ ਜੋ ਜੋਤ ਸੀ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀ ਹੈ। ਉਹੀ ਗੁਰੂ ਨਾਨਕ ਦੀ ਜੋਤ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਸਾਹਿਬ ਜੀ ਦੇ ਵਿੱਚ ਜਗਮਗਾਉਂਦੀ ਰਹੀ। ਹੁਣ ਉਹੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਿੱਚ ਜਗਮਗਾ ਰਹੀ ਹੈ। ਜੋ ਦੁਨੀਆ ਭਾਵੇਂ ਨਾ ਰਵੇ, ਮੈਂ ਸ਼ਬਦ ਨਹੀਂ ਵਰਤਾਂਗਾ ਰਹਿੰਦੀ ਦੁਨੀਆ ਤੱਕ, ਦੁਨੀਆ ਵੀ ਭਾਵੇਂ ਨਾ ਰਵੇ, ਪਰ ਇਹ ਜੋਤ ਜਗਦੀ ਰਹੇਗੀ। ਸੋ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਮੁਕੰਮਲਤਾ, ਸੰਪੂਰਨਤਾ ਕਿਵੇਂ ਬਖਸ਼ੀ? ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ।
सतगुरु गुरु कलगीधर पातशाह जी ने कहा, प्रथम रहत यह जान खंडे की पौल छकै। ये पहली ये मतां किते सोचा करे भी असी अमृत क्यों छकी, असी किहड़ा कोई बुरे काम करते हैं, साडे च किहड़ा कोई बुराइयां। आपां इस गल नूं ध्यान च रखना कि गुरु कलगीधर पातशाह जी ने अमृत आप साज के 5 ਸਿੰਘਾਂ ਨੂੰ छका के उन्हां नूं साज दिता ते नवाज दिता। फिर आप उन्हां अगे हथ अड्ड के उन्हां तो अमृत की दात मंगी। जे भाई जरूरी होवेगा जिहड़ा अमृत तैयार करन वाला गुरु कलगीधर पातशाह उन्हां नूं छका रहा है, उन्हां 5 नूं साज के नवाज रहा है। फिर उन्हां 5 तो आप अमृत की मंग की। ये सुखाली नहीं जे उन्हां दे सिर वड्डे। तो सतगुरु गुरु कलगीधर महाराज सच्चे पातशाह जी ने आप भी भाई दया सिंह नूं कहा कि जे तुसीं मैनूं अमृत की दात बख्शोगे। हुण जथेदार सी ना 5 चों, वो कहंदे साडे सिर वड्डे, साडे तो सिर लए, तुसीं की देओगे, तुसीं की मुल देओगे। महाराज कहंदे दाम तो ना दे सकूं, भेटा मंजूर करो। सुनो दया सिंह, जो जो भेंट मैं चढ़ाऊँगा, होऊंगा अकेला और फिरूंगा मैं जंगलों में, छोड़ के पलंग छोड़ कंधों की विछाऊंगा। हाथ पे ना ताज, शीश पे ना ताज होगा, हाथ पे ना बाज होगा, खुस गया राज होगा, लावारस कहाऊंगा। ऐसी अवस्था उदों जदों सतगुरु गुरु कलगीधर पातशाह जी माछीवाड़े के जंगलों च जाके पए। हुण वो सारा बचन पूरा किया, अमृत की एक भेटा बख्शी। हुण सानू तां इन्ना सुखाला हो गया कि साडे लई तां ये जिहड़ी भेटा तां साडे तो की लैणी सी, ये तां जिहड़े 5 ककार ने वो भी सानू फ्री दिते जांदे ने। किन्ना महंगा अमृत, असीं किन्ना सुखाला हो गया काम, तो फिर भी सानू औखा लगदा अमृत छकना। मैं बहुत निमरता नाल आप सारियां इलाका निवासी साध संगत नूं, जे टीवी माध्यम राही भी मेरी कोई बेनती सुन रहा है कि ये आपां नूं ये पता नहीं, ये जिहड़ी वारी हुण देखो माहौल कैसा चल रहा है। आपां नूं पता जिहड़ा लगभग साल सवा साल किहड़े दौर विच व्यतीत होया, आपां वेख्या ना किहो जिहा माहौल सिरजा सी, पता नहीं सी लगदा। गुरु घरां दे विच भी जगह नहीं सी कि आपां भोग पा सकी किसी दे। फ्यूनरल होम भी बुक सी, क्रेमटोरियम जाके पता करना पैंदा सी, महीना भी बॉडियां पईयां रहीआं। आपां नूं पता कैसा समा लंघिया। तो सतगुरु गुरु ग्रंथ साहिब पातशाह ने साडे ते रहमत की है, सानू एक बारी दिती है। यह तेरा अवसर, यह तेरा वार, घट भीतर तू देख विचार। आपां रह शब्द तां रोज़ ही पढ़ते हैं, भई प्राप्त मानुख देहुरिया गोबिंद मिलन की, ये तेरी बरिया। इट्स टर्न, ये वारी है एक किनू मिलण वास्ते, वाहिगुरू नूं मिलण लई। इहदा जरिया की है, गुरु वाले बनना। गुरु वाले आपां किवें बनांगे, खंडे बाटे दा अमृत छक के। ऐसे स्थान ते 20 तरीक नूं 20 नवंबर नूं शनिवार वाले दिन दोपहर के समय 5 प्यारे साहिबानां वालों खंडे बाटे दा अमृत तैयार किया जाना है। सो आप संगतां नूं बेनती है, दूर दराडों साडी सत्कारयोग संगत गुरुद्वारा नानकसर पलैकवाल साल तो भी संगत पहुंची हुई है, उन्हां नूं भी मैं बेनती करांगा कि जिन्ने क आपां पहुंचे हैं इत्थे तुहाडा सबनां दा धन्नवाद जी आयां नूं। तुसीं मान दिता है, सारी संगत का धन्नवाद जिन्हां ने आके गुरु की बाणी सरवण की है, लाहे लए ने। सो जेड़े आपां बेअमृती हाँ जे खंडे की पौल जिन्हां ने नहीं प्राप्त की, उन्हां दे चरणों च बेनती है कि सतगुर बाझों गुर नहीं कोई, निगुरे का है नाओ बुरा। गुरमंत्र हिंस जो प्राणी त्रिगंत जन्म भ्रिष्ट न, कूकर है सूकर है गर्भ न, काका तरपना तुल खल है। उन्हां दा ऐसा जीवन है। इस करके आपां गुरु तो वांझ नहीं रहना, गुरु वाले बनना है। तो सतगुरु गुरु अमरदास पातशाह जी के जीवन चो सानू यही सिक्ख्या मिली है कि गुरु पातशाह ने भावें अपनी उम्र के 62 साल इदां बतीत किए, पर निगुरे होके जदों गुरु अंगद देव महाराज सच्चे पातशाह की शरण च आए, फिर 12 साल दर की सेवा करके उन्होंने सिक्खी ही नहीं, गुरु अंगद देव पातशाह जी ने गुरु नानक की जोत के वारस बना दिता। 74 साल की उम्र में फिर वो इस तख्त पर विराजमान होए जिथे गुरु ग्रंथ साहिब पातशाह बैठे ने। उन्होंने सानू इस अपने जीवन के विचों ये सिक्ख्या दी कि भाई सारी उम्र भावें लंघ जाए, पर जिन्ना चिर निगुरे आ ना उन्ना चिर साडा जीवन है जिहड़ा वो लेखे विच नहीं है। सो बेनती संगतां नूं, आओ आपां 5 मिनट बाकी ने, अपने एक शब्द आपां होर गैन करके थोड़ा सिमरन नाल जुड़ना। आपां सारियां संगतां ने सिमरन करना। तुसीं काफ़ी लंबे समय तो बैठे हो, बहुत बहुत धन्नवाद। ये भी गुरु की बख्शिश के नाल ही हो सकता। संगत विच बैठ के सरवण करना कोई सुखाली गल नहीं है। तुहाडे वड्डे भाग ने कि तुसीं इत्थे बैठ के इन्ने लंबे समय तो बैठ के गुरु ग्रंथ साहिब पातशाह की गोद विच बैठ के गुरु की बाणी गुरमंत्र सिमरन सब जप तप करके अपने जीवन दी अमोलक घड़ियां नूं सफलियां बनाया है। सबनां दा धन्नवाद। आओ आपां हुण ये शब्द बेनती कीती सी कि उचरो राम नाम लख बारी। ये जिहड़ा शब्द है
ਸਾਡੇ ਸਤਿਕਾਰਯੋਗ ਵੀਰ ਚੇਤਨ ਸਿੰਘ ਜੀ, ਟੇਕ ਸਿੰਘ ਜੀ ਉਰੇ, ਜੋ ਸਰਦਾਰ ਸੁਖਵਿੰਦਰ ਸਿੰਘ ਪੱਡਾ, ਸਾਰੇ ਵੀਰਾਂ ਵੱਲੋਂ ਉਪਰਾਲਾ ਹੋਇਆ ਤੇ ਅਸੀਂ ਇੱਥੇ ਹਾਜ਼ਰੀ ਭਰੀ। ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਪਲੈਕਵਾਲ ਸਾਲ ਦੇ, ਉਹਨਾਂ ਨੇ ਵੀ ਸਾਨੂੰ ਆਉਣ ਦਾ ਇੱਥੇ ਮੌਕਾ ਦਿੱਤਾ, ਉਹਨਾਂ ਦਾ ਵੀ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਹੈ, ਜਿਨ੍ਹਾਂ ਨੇ ਰਹਿਮਤ ਕੀਤੀ, ਆਪਣੀ ਗੋਦ ਅੰਦਰ ਬਿਠਾਇਆ ਹੈ। ਸੋ ਇਹ ਸ਼ਬਦ ਪੜ੍ਹਨ ਦੇ ਲਈ ਹੁਕਮ ਹੋਇਆ ਸੀ ਸੰਗਤ ਵਿੱਚੋਂ, ਇਸ ਕਰਕੇ ਆਓ ਆਪਾਂ 5 ਮਿੰਟ ਵਿੱਚ ਸ਼ਬਦ ਨੂੰ ਪੜ੍ਹ ਕੇ ਉਪਰੰਤ ਸਮਾਪਤੀਆਂ ਕਰਾਂਗੇ ਜੀ। ਔਰ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਦਾਸਰਿਆਂ ਨੂੰ ਨਿਵਾਜਿਆ ਹੈ, ਜਿੰਨਾ ਪਿਆਰ ਸਤਿਕਾਰ ਦਿੱਤਾ, ਇੰਨੇ ਦੇ ਯੋਗ ਨਹੀਂ, ਗੁਰੂ ਨੇ ਕਿਰਪਾ ਕੀਤੀ। ਫਿਰ ਵੀ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ, ਗੁਰੂ ਦੀ ਵਡਿਆਈ ਹੈ ਜੀ। ਗੁਰੂ ਦੀ ਬਾਣੀ ਨੂੰ ਸਲਾਮ ਹੈ। ਸੋ ਆਓ ਆਪਾਂ ਹੁਣ ਇਸ ਸ਼ਬਦ ਨੂੰ ਗਾਇਨ ਕਰਕੇ ਫਿਰ ਸਮਾਪਤੀਆਂ ਕਰੀਏ। ਰਾਮ ਨਾਮ ਲਖ ਬਾਰੀ, ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ, ਰਾਮ ਨਾਮ ਲਖ ਬਾਰੀ, ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ, ਜਪੋ ਰਾਮ ਨਾਮ ਲਖ ਬਾਰੀ, ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ, 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 ਰਾਮ ਨਾਮ ਲਖ ਬਾਰੀ, ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ। ਵਾਹਿਗੁਰੂ 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 ਵਾਹਿਗੁਰੂ, ਗੁਰੂ ਵਾਹਿਗੁਰੂ ਵਾਹਿਗੁਰੂ, ਗੁਰੂ ਵਾਹਿਗੁਰੂ, ਗੁਰੂ ਵਾਹਿਗੁਰੂ, ਗੁਰੂ ਵਾਹਿਗੁਰੂ 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 ਵਾਹਿਗੁਰੂ, ਰਾਮ ਨਾਮ ਲਖ ਬਾਰੀ, ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ। ਹਰ ਸਿਮਰਤ ਸਭ ਮਿਟੈ ਕਲੇਸ਼, ਹਰ ਸਿਮਰਤ ਸਭ ਮਿਟੈ ਕਲੇਸ਼, ਚਰਨ ਕਮਲ ਮਨ ਮੈਂ ਪਰਵੇਸ਼, ਚਰਨ ਕਮਲ ਮਨ ਮੈਂ ਪਰਵੇਸ਼, ਹਰ ਸਿਮਰਤ ਸਭ ਮਿਟੈ ਕਲੇਸ਼, ਹਰ ਸਿਮਰਤ ਸਭ ਮਿਟੈ ਕਲੇਸ਼, ਚਰਨ ਕਮਲ ਮਨ ਮੈਂ ਪਰਵੇਸ਼, ਚਰਨ ਕਮਲ ਮਨ ਮੈਂ ਪਰਵੇਸ਼, ਰਾਮ ਨਾਮ ਲਖ ਬਾਰੀ, ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ, ਉਚਰੋ ਰਾਮ ਨਾਮ ਲਖ ਬਾਰੀ। ਸੁਖ ਸਹਿਜ ਰਸ
जप जप जीवे परमानंदा। काम क्रोध लोभ मद खोए, काम क्रोध लोभ मद खोए। साध कै संग किल विख सब तोए, साध कै संग किल विख सब तोए। राम नाम लख बारी, राम नाम लख बारी, उचरो राम नाम लख बारी, उचरो राम नाम लख बारी। राम नाम लख बारी। राम नाम लख बारी, उचरो राम नाम लख बारी, उचरो राम नाम लख बारी। कर कृपा प्रभ दीन दयाला, कर कृपा प्रभ दीन दयाला, कर कृपा प्रभ दीन दयाला। कर कृपा कृपा कर कृपा प्रभ दीन दयाला, कर कृपा प्रभ दीन दयाला। नानक दीजै सादर वाला, नानक दीजै सादर वाला। राम नाम लख बारी, राम नाम लख बारी, उचरो राम नाम लख बारी, उचरो राम नाम लख बारी। राम नाम लख बारी, राम नाम लख बारी, उचरो 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 वाहेगुरु राम नाम लख बारी, राम नाम लख बारी, उचरो राम नाम लख बारी, उचरो राम नाम लख बारी।